अस्सलाम वालेकुम, मैं ज़ुबैर रहमान। मैं आज एक ऐसे घर में मौजूद हूँ जहाँ पर 50 साल की खातून ने 30 साल के मर्द से मोहब्बत की, शादी की। ये भाई साहब माजूर हैं। इन्हें पहले कैंसर हुआ, उसके बाद इन्हें फालिज हुआ। अब इनकी एक टांग और एक बाजू मुकम्मल काम नहीं करता। यही वो हमारी बहन है जो इनका पैम्पर भी चेंज करती हैं, क्योंकि ये वॉशरूम जा नहीं सकती। इनकी शेव भी करती हैं, इनकी कटिंग भी करती हैं। ये बीमार कब हुए, इनकी शादी आपस में कैसे हुए, तो आइए इनसे जानते हैं। क्या नाम है आपका? अस्सलाम वालेकुम, मेरा नाम नुसरत है। तो मुझे ये बताएं कि ये आपकी जो खामद है, इनका क्या नाम है? इन्ना नाम शकील है, मेरा नाम नुसरत है। तो ये बात वगैरह कर लेते हैं? हाँ जी, थोड़ी बहुती गल कर लेंदे ने। ਜ਼ੁਬਾਨ ਇਹਨਾਂ ਦੀ ਬਿਲਕੁਲ ਫਾਲਜ ਹੋਇਆ ਹੈ। ਅਸੀਂ ਤਕਰੀਬਨ ਜ਼ਿਆਦਾ ਗੱਲ ਨਹੀਂ ਕਰ ਸਕਦੇ, ਜਵਾਬ ਕੁਝ ਗੱਲਾਂ ਦਾ ਜਵਾਬ ਦੇ ਸਕਦੇ ਨੇ। ਤੇ अभी इनको क्या क्या बीमारी है? ਇਹਨਾਂ ਨੂੰ ਇਸ ਟਾਈਮ ਪਹਿਲੇ ਤੇ ਇਹਨਾਂ ਦੀ ਲੱਤ ਖਰਾਬ ਹੋਈ ਸੀਗੀ, ਤਕਰੀਬਨ ਗਲ ਗਏ ਸੀ, ਉਹ 'ਚ ਕੀੜੇ ਪੈ ਗਏ ਸੀਗੇ, ਬਹੁਤ ਮਸਲਾ ਖਰਾਬ ਸੀ। ਅਸੀਂ ਫਿਰ ਇੱਕ ਹਕੀਮ ਕੋਲ ਇਲਾਜ ਕਰਵਾਇਆ, ਹਕੀਮ ਸਾਹਿਬ ਕੋਲ ਇਲਾਜ ਕਰਵਾਇਆ। ਲੱਤ ਤੇ ਇਹਨਾਂ ਦੀ ਠੀਕ ਹੋ ਗਈ, ਲੇਕਿਨ ਲੱਤ ਠੀਕ ਹੋਣ ਦੇ ਨਾਲ ਕੁਛ ਅਰਸਾ ਬਾਅਦ ਨਾ ਕਿ ਕੋਈ 3-4 ਮਹੀਨਿਆਂ ਬਾਅਦ ਇਹਨਾਂ ਨੂੰ ਫਾਲਜ ਦਾ ਅਟੈਕ ਹੋਇਆ। ਦਿਲ ਦੇ ਵਿੱਚ ਇਹਨਾਂ ਦੇ ਇੱਕ ਮੈਥ ਹੈ, ਦਿਮਾਗ ਇਹਨਾਂ ਦਾ ਬਿਲਕੁਲ ਡੈਡ ਹੋ ਚੁੱਕਿਆ ਸੀਗਾ। ਅੱਜ ਤੋਂ 1 ਸਾਲ ਤੇ 8 ਮਹੀਨੇ ਹੋ ਗਏ ਨੇ, ਬਿਲਕੁਲ ਡੈਡ ਹੋ ਗਏ ਸੀਗੇ। ਡਾਕਟਰਾਂ ਨੇ ਇਹਨਾਂ ਨੂੰ ਖੁਰਾਕ ਦੀ ਨਾਲੀ ਵੀ ਲਗਾਈ ਸੀ, ਪਿਸ਼ਾਬ ਦੀ ਨਾਲੀ ਵੀ ਲੱਗੀ ਸੀ, ਪੈਂਪਰ ਵੀ ਇਹਨਾਂ ਨੂੰ ਲੱਗਦਾ ਸੀ। ਅਲਹਮਦੁਲਿਲਾ ਹੁਣ ਇਹਨਾਂ ਨੂੰ ਇਹਨਾਂ ਦੀ ਖੁਰਾਕ ਦੀ ਨਾਲੀ ਜਿਹੜੀ 6 ਮਾਹ ਬਾਅਦ ਉਤਰ ਗਈ ਸੀ। ਖਾਣਾ ਖਾਣਾ ਸ਼ੁਰੂ ਹੋ ਗਏ ਨੇ। ਅਸੀਂ ਬੱਚੀਆਂ ਖਾਣਾ ਖਿਲਾਉਂਦੀਆਂ ਨੇ, 3 ਟਾਈਮ ਅਸੀਂ ਇਹਨਾਂ ਨੂੰ ਖੁਦ ਖਾਣਾ ਖਿਲਾਉਂਦੇ ਹਾਂ। तो आपने इनसे मोहब्बत की, शादी की। आपको इनसे मोहब्बत कैसे हुई? ये शादी आपकी इनसे कैसे हुई? ਮੇਰੀ ਪਹਿਲੇ ਸ਼ਾਦੀ ਹੋਈ ਸੀਗੀ, ਮੇਰੇ 8 ਬੱਚੇ ਸੀਗੇ। ਮੇਰਾ ਹਸਬੰਡ ਮੈਨੂੰ ਛੱਡ ਗਿਆ ਸੀ, ਮੇਰੀਆਂ ਬੇਟੀਆਂ ਸੀ, ਬੇਟਾ ਨਾਲ ਲੈ ਗਿਆ ਸੀ, ਬੇਟੀਆਂ ਸੀ। ਇਹ ਮੇਰੇ ਨਾਲ ਫੈਕਟਰੀ 'ਚ ਜੌਬ ਕਰਦੇ ਸੀ ਤੇ ਉੱਥੋਂ ਫਿਰ ਇਹਨਾਂ ਨੇ ਮੈਨੂੰ ਸ਼ਾਦੀ ਦੀ ਪ੍ਰਪੋਜ਼ ਕੀਤਾ ਕਿ ਮੈਂ ਸ਼ਾਦੀ ਕਰਨਾ ਚਾਹੁੰਦਾ। ਮੈਂ ਸ਼ਾਦੀ ਨਹੀਂ ਸੀ ਕਰਨਾ ਚਾਹੁੰਦੀ, ਇਸ ਵਾਸਤੇ ਕਿ ਸਾਡੇ ਮਾਸ਼ਰੇ 'ਚ ਸ਼ਾਦੀਆਂ ਔਰਤਾਂ ਨਾਲ ਕਰਦੇ ਨੇ, ਉਹਨਾਂ ਦੀਆਂ ਬੱਚੀਆਂ ਨਾਲ ਗਲਤ ਕੰਮ ਕਰਦੇ ਨੇ। ਅਲਹਮਦੁਲਿਲਾ ਇਹਨਾਂ ਨੇ ਮੇਰੇ ਨਾਲ ਸ਼ਾਦੀ ਕੀਤੀ ਹੈ, ਬਹੁਤ ਅੱਛਾ ਵਕਤ ਕੱਢਿਆ ਵੇ। ਅਸੀਂ 7 ਬੇਟੀਆਂ ਦੀ ਸ਼ਾਦੀ ਕਰ ਚੁੱਕੇ ਹਾਂ। 2 ਬੇਟੀਆਂ ਮੇਰੀਆਂ ਇਹਨਾਂ 'ਚੋਂ ਨੇ, ਇੱਕ ਬੇਟੀ ਮੇਰੇ ਪਹਿਲੇ ਹਸਬੈਂਡ 'ਚੋਂ ਹੈ ਤੇ ਉਹਦੀ ਵੀ ਅਸੀਂ ਸ਼ਾਦੀ ਕਰਨੀ ਹੈ, ਮੰਗਣੀ ਕਰ ਦਿੱਤੀ ਹੋਈ ਹੈ। ਇਨਸ਼ਾਅੱਲਾ ਸ਼ਾਦੀ ਕਰਾਂਗੇ। ਇਹ ਬਿਮਾਰ ਨਾ ਹੁੰਦੇ ਤਕਰੀਬਨ ਅਸੀਂ 1.5 ਸਾਲ ਪਹਿਲਾਂ ਉਸ ਬੱਚੀ ਦੀ ਸ਼ਾਦੀ ਕਰ ਦੇਣੀ ਸੀ। ਸਾਡੇ ਕੋਲ ਜਿਹੜੀ ਜਮ੍ਹਾਂ ਪੂੰਜੀ ਸੀ ਅਸੀਂ ਸਾਰੀ ਇਹਨਾਂ ਤੇ ਲਗਾ ਚੁੱਕੇ ਹਾਂ। ਸਾਡੇ ਕੋਲ ਇਸ ਟਾਈਮ ਕੁਝ ਨਹੀਂ ਹੈ। ਅਸੀਂ ਆਪਣੇ ਭੈਣਾਂ ਭਰਾਵਾਂ ਵਾਸਤੇ ਅਪੀਲ ਕਰਨੇ ਆ ਕਿ ਸਾਡੀ ਕੋਈ ਮਦਦ ਕਰਨ। जब बंदा सेहतमंद होने के बाद एकदम बीमार हो जाए ना, वो साथ बेबस हो जाए, इस तरह चारपाई के ऊपर वो लेटा वो, तो फिर कितनी तकलीफ का, कितनी अजियत का सामना करना पड़ता है। आप इनकी हालत से अंदाज़ा लगा सकते हैं कि अभी इनकी आंखों में आंसू हैं। तो मैं थोड़ी सी इनसे भी बात करता हूँ। कुछ ये ख्याल रखती हैं आपका? हाँ जी, क्या रख दे मेरा। तो मुझे ये बताएं कि डॉक्टर क्या कहते हैं, आपका अगर प्रॉपर इलाज हो आप ठीक हो जाएंगे? ठीक हो जाना। ठीक से दिल करता है बाहर जाने को, खुद से सारे काम करने को? कल दिल कल दी कल माँ जानू दिल कल बाजू जे ये जानू दिल कल मैं लो ना बिया जे मालो जा नो दमा मरे। अभी कितनी तकलीफ होती है जब आप बिल्कुल बेयारो मददगार यहाँ पे लेटे हुए होते हैं, कोई रिश्तेदार नहीं आता पूछने, कोई बहन भाई नहीं आता हालचाल पूछने? बड़ा कौन सा बैलो या कौन सा बैलो गया चिता हुआ कौन। इनके सारे काम आप खुद करती हैं? ਜੀ ਜੀ ਕਹਿ ਰਹੇ ਨੇ ਭੈਣਾਂ ਭਰਾ ਨੇ ਮਿਲਣ ਨਹੀਂ ਆਂਦੇ। ਮਾਸ਼ਾਅੱਲਾ 17-18 ਲੱਖ ਦੇ ਪ੍ਰਾਪਰਟੀ ਦੇ ਹੱਕਦਾਰ ਨੇ। ਇਹਨਾਂ ਦੀ ਪ੍ਰਾਪਰਟੀ, ਇਹਨਾਂ ਨੂੰ ਪ੍ਰਾਪਰਟੀ ਦਾ ਹਿੱਸਾ ਨਹੀਂ ਦੇ ਰਹੇ। ਕਹਿ ਰਹੇ ਜੀ ਇਹ ਸਹੀ ਹੋਣਗੇ ਤੇ ਫਿਰ ਤੁਹਾਨੂੰ ਦਵਾਂਗੇ, ਇਸ ਵਾਸਤੇ ਨਹੀਂ ਦੇ ਰਹੇ। ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਫੌਤ ਹੋ ਜਾਣਗੇ ਤੇ ਤੁਹਾਨੂੰ ਹਿੱਸਾ ਨਹੀਂ ਮਿਲੇਗਾ। ਦੇਖੋ ਕਿ ਸਾਨੂੰ ਡਾਕਟਰਾਂ ਨੇ ਤੇ ਇਹੀ ਜਵਾਬ ਦਿੱਤਾ ਸੀ ਕਿ ਇਹਨਾਂ ਨੇ ਨਹੀਂ ਰਹਿਣਾ। ਅਲਹਮਦੁਲਿਲਾ ਅੱਲਾਹ ਪਾਕ ਨੇ ਬਿਲਕੁਲ ਡੈਡ ਸੀ। ਅੱਲਾਹ ਪਾਕ ਨੇ ਇਹਨਾਂ ਨੂੰ ਇੰਨਾ ਕੀਤਾ ਕਿ ਇੱਥੋਂ ਤੱਕ ਬਿਹਤਰ ਹੋ ਗਏ ਨੇ, ਕਿਉਂਕਿ ਇੱਕ ਤੇ ਇਹਨਾਂ ਦੀ ਮੈਂ ਮਾਲਿਸ਼, ਦੂਸਰਾ ਇਹਨਾਂ ਦੀ ਸ਼ੇਫ, ਸਾਰਾ ਇਹਨਾਂ ਦੀ ਸਫਾਈ ਸੁਥਰਾਈ ਦਾ ਖਿਆਲ ਕੀਤਾ ਹੈ। ਇਹਨਾਂ ਨੂੰ ਖੁਰਾਕ ਟਾਈਮ ਤੇ ਦਿੱਤੀ ਹੈ। ਸਾਨੂੰ ਖਾਣ ਨੂੰ ਮਿਲੇ ਨਾ ਮਿਲੇ, ਮੈਂ ਮਕਾਨ ਦਾ ਕਿਰਾਇਆ ਰੋਕ ਲੈਂਦੀ ਸਾਂ, ਇਹਨਾਂ ਦੀ ਮੈਡੀਸਨ ਨਹੀਂ ਸੀ ਰੋਕਦੀ। ਇਸ ਵਾਸਤੇ ਕਿ ਮੈਂ ਕਹਿੰਦੀ ਸੀ ਕਿ ਜੇ ਇਹਦੀ ਜ਼ਿੰਦਗੀ ਅੱਲਾਹ ਪਾਕ ਇਹਨੂੰ ਜ਼ਿੰਦਗੀ ਦੇਵੇ। ਮੈਨੂੰ ਆਪਣੇ ਅੱਲਾਹ ਪਾਕ ਤੇ ਬੜਾ ਫਖਰ है और बड़ा मान है कि अल्लाह पाक ने इत्थों तक इन्होंने किया। अल्लाह पाक होर इन्होंने बेहतर करे। मुझे ये बताएं कि इनके इलाज के ऊपर कितना खर्चा डॉक्टर ने बताया होगा? ਇਹਨਾਂ ਦਾ ਤਕਰੀਬਨ 10-15 ਹਜ਼ਾਰ ਦੀਆਂ ਦਵਾਈਆਂ ਆਉਂਦੀਆਂ ਨੇ। ਕੋਈ ਇਹਨਾਂ ਦਾ ਦੁੱਧ ਦਾ ਖਰਚਾ, ਕੋਈ ਇਹਨਾਂ ਨੂੰ ਕੋਈ
ਦਵਾਈ ਹੋਰ ਚੀਜ਼ਾਂ ਦੇਣੀਆਂ ਹੋਣ ਕਿ ਇਸ ਤਰ੍ਹਾਂ ਖਰਚਾ ਇਹਨਾਂ ਦਾ ਕੋਈ 16-17 ਹਜ਼ਾਰ ਰੁਪਏ ਇਹਨਾਂ ਦਾ ਹੁੰਦਾ ਵੇ, 8 ਹਜ਼ਾਰ ਮਕਾਨ ਦਾ ਰੈਂਟ ਵੇ, ਫਿਰ ਸਾਡੇ ਘਰ ਦਾ ਖਰਚਾ ਵੇ, ਮੇਰਾ ਬੇਟਾ ਨਹੀਂ ਹੈ, ਵਸਾਇਲ ਇੰਨੇ ਨਹੀਂ ਹੈ। ਤੇ ਇਸ ਵਾਸਤੇ ਕਿ ਅਸੀਂ ਮੀਡੀਆ ਦੇ ਅੱਗੇ ਆਏ ਹਾਂ ਕਿ ਸਾਡੀ ਕੋਈ ਮਦਦ ਕਰੇ, ਹੈਲਪ ਕਰੇ ਕਿ ਸਾਡੇ ਘਰ ਦੇ ਅਖਰਾਜਾਤ ਚੱਲ ਸਕਣ ਕਿ ਤਾਂ ਕਿ ਸ਼कील साहब फिर पैरों पे उसरा ही खड़े होन। अभी आपका कमाने वाला कोई नहीं है, आपकी सिर्फ बेटियां हैं, बेटा नहीं है? नहीं, मेरा कमान वाला कोई नहीं, मेरी एक बच्ची किसी के घर थोड़ा बहुता काम करन जाती है ਤੇ ਉਹਦੇ ਨਾਲ ਜ਼ਰਾ ਥੋੜਾ ਬਹੁਤਾ ਘਰ ਦਾ ਸੜਕਟ ਚੱਲਦਾ ਵੇ। ਮਤਲਬ ਇਹ ਜਿਹੜੇ ਨੇ ਇਹਨਾਂ ਦੀ ਦਵਾਈ ਜਿਹੜੀ ਕਦੀ ਮੈਂ ਕਿਧਰੋਂ ਮੰਗ ਕੇ ਖਰਚਾ ਪੂਰਾ ਕਰਨੀ, ਕਦੀ ਕਿਧਰੋਂ ਕਰਨੀ ਹੈ। 1.5 ਸਾਲ ਹੋ ਗਿਆ ਇਸੇ ਤਰ੍ਹਾਂ ਹੀ ਮੈਂ ਇਸੇ ਤਰ੍ਹਾਂ ਮੀਡੀਆ ਦੇ ਅੱਗੇ ਆ ਕੇ ਮੈਂ ਤੰਗ ਹੋ ਗਈ ਹਾਂ। ਮੈਂ ਕਹਿ ਰਹੀ ਹਾਂ ਕਿ ਮੇਰਾ ਕੋਈ ਭੈਣ ਭਰਾ ਕੋਈ ਮੇਰੀ ਮਦਦ ਕਰੇ, ਕੋਈ ਇੰਨਾ ਕੁ ਕਰ ਦਿਆ ਕਰੇ ਕਿ ਜੇ ਮੈਨੂੰ ਮਹੀਨਾ ਲਾ ਦੇਵੇ, ਕੋਈ ਰਾਸ਼ਨ ਲਾ ਦੇਵੇ, ਕੋਈ ਜੇ ਇਹਦੇ ਦਵਾਈਆਂ ਦਾ ਜਾਂ ਪੈਂਪਰ ਦਾ ਨਾ ਕੋਈ ਜ਼ਿੰਮੇਵਾਰੀ ਚੁੱਕ ਲਵੇ, ਸਾਡੇ ਘਰ ਦਾ ਕੋਈ ਸਰਕਟ अच्छा चल। अगर इनका प्रॉपर इलाज हो तो ये ठीक हो जाएंगे, डॉक्टर क्या कहते हैं? इंशाल्लाह ਉਹ ਕਹਿ ਰਹੇ ਨੇ ਕਿ ਇਹਨਾਂ ਦੀ ਤੇ ਇੱਕ ਤੇ ਉਹ ਥੈਰੇਪੀ ਜਿਹੜੀ ਕਰਦੇ ਨੇ ਡੇਲੀ ਬੇਸ ਤੇ ਉਹ ਹੋਵੇ ਤੇ ਉੱਥੇ ਲਿਜਾਣ ਵਾਸਤੇ ਨਾ ਤੇ ਮੇਰੇ ਕੋਲ ਕੋਈ ਕਨਵੈਂਸ ਹੈ ਨਾ ਮੈਂ ਉੱਥੇ ਜਾ ਕੇ ਉਹਨਾਂ ਦੀ ਫੀਸ ਦੇ ਸਕਨੀ ਹੈ, ਕਿਉਂਕਿ ਉਹਦੀ ਵਜ੍ਹਾ ਹੈ ਕਿ ਇਹਨਾਂ ਦੇ ਜਿਹੜੇ ਪੱਠੇ ਨੇ ਇਹ ਬਿਲਕੁਲ ਕੰਮ ਨਹੀਂ ਕਰਦੇ, ਹੱਥ ਇਹਨਾਂ ਦਾ ਬਿਲਕੁਲ ਕੰਮ ਨਹੀਂ ਕਰਦਾ, ਦੀਆਂ ਉਂਗਲਾਂ ਅਸੀਂ ਖੁਦ ਖੋਲ ਕੇ ਇਹਨਾਂ ਦੇ ਨੂਖਾਨ ਵਗੈਰਾ ਮੈਂ ਖੁਦ ਕੱਟਣੀ ਆ, ਇਹਨਾਂ ਦੇ ਹੱਥ ਵਗੈਰਾ ਖੁਦ ਸਾਫ਼ ਕਰਦੀ ਹਾਂ ਕਿਉਂਕਿ ਬਿਲकुल 1.5 ਸਾਲ ਤੋਂ ਇਸੇ ਤਰ੍ਹਾਂ ਬੰਦ ਹੈ ਇਹਨਾਂ ਦਾ ਹੱਥ। मुझे ये बताएं कि आपके पास मोबाइल नंबर है, उसके ऊपर जायज़ कैश या कोई अकाउंट बना हुआ है? जी, मेरा नंबर है 0303 60 56 398। जायज़ कैश है बनया होया वे, जेड़ा मेरी हेल्प करना चाहन तो इस नंबर ते कर सकते हैं राबता। ये इन्होंने अपना नंबर बता दिया, अगर आप में कोई इनसे मिलना चाहे, इन भाई साहब का इलाज करवाना चाहे, इस फैमिली की किसी भी हवाले से मदद करना चाहे तो वो इस नंबर पे रब्ता ज़रूर करे क्योंकि ये वाकई हकदार लोग हैं। क्या कहना चाह रही हैं बाजी और आप? भाई सुबह सुबह अज एक तो 4 बंदियां ने मैनू गंदियां तस्वीरां भेजियां ने, मदद नहीं करते तो देखो नंगे हो के विखांदे ने। मैं उस बंदियां दे अगे भी शुक्रगुजार अपने अल्लाह दा करनी है, मैं रब दी अगे दुआ करनी है कि अल्लाह पाक उन्हां ते ऐसी पी पावे कि उन्हां नूं पता चले कि मां मंगदी पई है, एक अपने हसबैंड वास्ते करदी पई है, गंदियां चीज़ां दिखा के मेरे को की लेना चाहते ने। सब हसीयत ने जेड़े अल्लाह ते भरोसा करते ने, अल्लाह दे खौफ तो डरन कि अज मेरे नाल करदे पे ने कल उन्हां नाल भी हो सकदा वे। ये बहन की एक पहले वीडियो चली थी जिसमें इन्होंने ऐसे ही हेल्प के लिए अपील की थी, तो बदले में कुछ लोग ऐसे हैं जो कि इंतहाई घटिया नाजेबा इनको गंदी गंदी तस्वीर उन्होंने भेजी। ये बेचारे मजबूर लोग हैं, ये कोई प्रोफेशनल लोग नहीं हैं। आप इनकी हालत को देखें कि ये इसका इलाज करवाना चाहती हैं, ये इनके खामंद हैं, इनकी छोटी छोटी बच्चियां हैं, इनके बच्चा कोई नहीं है कमाने वाला, तो ये इसलिए मीडिया पे आई हैं। ये अब देखें, इनको रोता हुआ देखें। बहुत अच्छे लोग हैं लेकिन बीच में ये जो चंद घटिया लोग हैं, खुदा के लिए ये जो इन्होंने नंबर बताया है उस पर रब्ता आप लोग बिल्कुल ना करें। जो वाकई ही सच्चे दिल से इनकी हेल्प करना चाहते हैं अपनी आखिरत संवारने के लिए, सिर्फ वो इस नंबर पे रब्ता करें, कुछ इन लोगों की हेल्प करें ताकि ये भाई फिर से ठीक हो के अपना काम काज करें और अपने घर के जो हालात हैं उनको बदलें। तो मिलते हैं किसी और वीडियो में इंशाल्लाह। अल्लाह करीम ज़रूर इन पे करम करेगा, इंशाल्लाह ये फिर से ठीक होंगे। तो अपनी दुआ में इनको याद रखिएगा। अल्लाह हाफिज़।